ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ ਅੰਧ ਲਖੈ ਬਦਰੁ ਸੁਣੈ ਜਿਉ ਕਾਲ ਕਿਰਪਾ ਕਰਾਇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੁ। ਵਾਹਿਗੁਰੂ ਸਾਹਿਬ ਜੀ। ਜੋ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਦਨ ਤੁਮ ਬਾਧੇ ਆਪਣੇ ਛੂਟਨ ਕੋ ਜਤਨ ਕਰੋ ਹਮ ਛੂਟੇ ਤੁਮ ਆਰਾਧੇ ਜੋ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਦਨ ਤੁਮ ਬਾਧੇ अपने छूटन को जतन करहो हम छूटे तुम आराधे माधवे जानत हहो जैसी तैसी अब कहा करहोगे ऐसी रहाओ मीन पकर फांक्यो अर काट्यो रांद कियो बहु बानी खंड खंड कर भोजन कीनो तऊ न बिसरियो पानी आपन बापै नाही किसी को भावन को हर राजा मोह पटल सब जगत व्याप्यो भगत नहीं संतापा कह रविदास भगत एक वाडी अब ਇਹ ਕਾ ਸਿਓ ਕਹੀਐ ਜਾ ਕਾਰਨ ਹਮ ਤੁਮ ਆਰਾਧੇ ਸੋ ਦੁਖ ਅਜਹੂ ਸਹੀਐ
ਜੋ ਹਮ ਬੰਦੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਧੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ, ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਸੁੰਦਰ ਪ੍ਰਕਾਸ਼ ਦੀ ਸੇਵਾ ਹੋਈ ਹੈ। ਉਸ ਤੋਂ ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ। ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ, ਉਸ ਦੇ ਵਿੱਚੋਂ ਆਪਾਂ ਸ਼ਬਦ ਨੂੰ ਸਰਵਣ ਕੀਤਾ ਹੈ। ਸੋਰਠ ਰਾਗ ਦੇ ਅੰਦਰ ਭਗਤ ਬਾਣੀ ਦੇ ਅੰਦਰ ਭਗਤ ਰਵਿਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਕਥਾ ਚੱਲ ਰਹੀ ਹੈ। ਭਗਤ ਰਵਿਦਾਸ ਸਾਹਿਬ ਜੀ, ਜਿਨ੍ਹਾਂ ਦੀ ਬਾਬਤ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਜਿਸ ਨੂੰ ਸੰਸਾਰ ਦੇ ਅੰਦਰ ਲੋਕ ਸ਼ੂਦਰ ਕਹਿੰਦੇ ਸਨ, ਨੀਵੀਂ ਜਾਤ ਦਾ ਕਹਿੰਦੇ ਸਨ, ਉਹਦੀ ਇਤਨੀ ਵਡਿਆਈ ਹੋਈ, ਇਤਨਾ ਜਸ ਹੋਇਆ, ਭਗਤ ਭਗਤ ਜਗ ਵੱਜਿਆ, ਚਹੋ ਚੱਕਾਂ ਦੇ ਵਿੱਚ ਚਮਰੇਟਾ। ਚਮਾਰ ਜਾਤੀ ਦੇ ਵਿੱਚੋਂ ਭਗਤ ਰਵਿਦਾਸ ਸਾਹਿਬ ਜੀ ਦਾ ਜਨਮ ਔਰ ਪਰਮੇਸ਼ਰ ਦੀ ਭਗਤੀ ਇਤਨੀ ਕੀਤੀ ਕਿ ਚਾਰੇ ਯੁੱਗਾਂ ਦੇ ਵਿੱਚ ਹੀ ਭਗਤ ਰਵਿਦਾਸ ਸਾਹਿਬ ਦੀ ਜੈ ਜੈਕਾਰ ਹੋ ਰਹੀ ਹੈ। ਇਸੇ ਪ੍ਰਕਾਰ ਹੀ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਵੀ ਭਗਤ ਰਵਿਦਾਸ ਸਾਹਿਬ ਜੀ ਦੀ ਭਗਤੀ ਬਾਰੇ, ਉਹਨਾਂ ਦੀ ਵਡਿਆਈ ਬਾਰੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਵੀ ਬਚਨ ਦਰਜ ਹਨ। ਸੋ ਐਸੀ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤ ਰਵਿਦਾਸ ਸਾਹਿਬ ਜੀ, ਜਿਨ੍ਹਾਂ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਕਥਾ ਚੱਲ ਰਹੀ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਭਗਤ ਰਵਿਦਾਸ ਸਾਹਿਬ ਜੀ ਜਦੋਂ ਪਰਮੇਸ਼ਰ ਦੀ ਭਗਤੀ ਕੀਤੀ, ਪ੍ਰਮਾਤਮਾ ਪ੍ਰਸੰਨ ਹੋਏ, ਪ੍ਰਮਾਤਮਾ ਦੇ ਦਰਸ਼ਨ ਦਿਦਾਰੇ ਹੋਏ, ਤਾਂ ਉਸ ਸਮੇਂ ਪਰਮੇਸ਼ਰ ਨੇ ਆਪਣੇ ਭਗਤਾਂ ਦੀ ਪਰਖ ਕਰਨ ਵਾਸਤੇ, ਕਿਉਂਕਿ ਉਹ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਆਪਣੇ ਭਗਤਾਂ ਰਾਹੀਂ ਸਭ ਕੁਝ ਕਰਦਾ ਕਰਾਉਂਦਾ ਹੈ। ਜਦੋਂ ਪਰਮੇਸ਼ਰ ਵਾਹਿਗੁਰੂ ਪ੍ਰਗਟ ਹੋਏ ਤੇ ਕਹਿਣ ਲੱਗੇ ਵੀ ਤੂੰ ਤੇ ਨੀਵੀਂ ਜਾਤ ਦੇ ਵਿੱਚੋਂ ਹੈ, ਇਸ ਕਰਕੇ ਤੂੰ ਕਿਵੇਂ ਮੁਕਤ ਹੋ ਸਕਦਾ? ਕਿਉਂਕਿ ਵੇਦਾਂ ਸ਼ਾਸਤਰਾਂ ਦੀ ਧਾਰਨਾ ਹੀ ਇਹ ਬਣੀ ਹੋਈ ਸੀ ਕਿ ਸੰਸਾਰ ਦੇ ਅੰਦਰ ਨੀਵੀਂ ਜਾਤ ਦਾ ਕੋਈ ਵੀ ਵੇਦ ਸ਼ਾਸਤਰ ਸੁਣ ਨਹੀਂ ਸਕਦਾ, ਪੜ੍ਹ ਨਹੀਂ ਸਕਦਾ, ਉਹ ਭਗਤੀ ਕਰਕੇ ਮੁਕਤ ਨਹੀਂ ਹੋ ਸਕਦਾ। ਤਾਂ ਭਗਤ ਰਵਿਦਾਸ ਸਾਹਿਬ ਜੀ ਪਰਮੇਸ਼ਰ ਦੀ
ਭਗਤੀ ਦੇ ਵਿੱਚ, ਪ੍ਰੇਮ ਦੇ ਵਿੱਚ ਇਹ ਬਚਨ ਕਹਿੰਦੇ ਹਨ ਕਿ ਮਾਧਵੇ ਜਾਨਤ ਹਹੋ ਜੈਸੀ ਤੈਸੀ, ਅਬ ਕਹਾ ਕਰੋਗੇ ਐਸੀ। ਕਹਿੰਦੇ ਪਰਮੇਸ਼ਰ ਵਾਹਿਗੁਰੂ ਤੂੰ ਜਾਣਦਾ ਹੈ ਕਿ ਜਿਵੇਂ ਤੇਰੀ ਅਸੀਂ ਭਗਤੀ ਕੀਤੀ ਹੈ, ਜਿਸ ਢੰਗ ਨਾਲ ਵੀ ਕੀਤੀ ਹੈ ਤੂੰ ਜਾਣਦਾ ਹੈ, ਤੈਨੂੰ ਪ੍ਰਗਟ ਹੋਇਆ। ਅਬ ਕਹਾਂ ਕਰੋਗੇ ਐਸੀ, ਵੀ ਹੁਣ ਤੂੰ ਇੱਦਾਂ ਨਹੀਂ ਕਰ ਸਕਦਾ ਕਿ ਫਿਰ ਇਹ ਮੋਹ ਮਾਇਆ ਦੇ ਬੰਧਨਾਂ ਵਿੱਚ ਤੂੰ ਸਾਨੂੰ ਪਾ ਦੇਵੇਂ, ਭਾਵ ਕਿ ਨਹੀਂ ਪਾ ਸਕਦਾ, ਕਿਉਂਕਿ ਅਸੀਂ ਤੇਰੀ ਭਗਤੀ ਕਰਕੇ ਅਤੇ ਤੇਰੀ ਵਡਿਆਈ ਜਿਹੜੀ ਹੈ, ਤੇਰਾ ਜਸ ਜਿਹੜਾ ਉਹਨੂੰ ਗਾ ਕੇ ਅਤੇ ਸਭ ਇਹ ਜਾਤਾਂ ਧਰਮਾਂ ਵਹਿਮਾਂ ਭਰਮਾਂ ਤੋਂ ਉੱਪਰ ਹੋ ਕੇ ਤੇਰੀ ਅਰਾਧਨਾ ਕੀਤੀ ਹੈ। ਤਾਂ ਉਸ ਸਮੇਂ ਪਰਮੇਸ਼ਰ ਦੇ ਸਨਮੁਖ ਭਗਤ ਰਵਿਦਾਸ ਸਾਹਿਬ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ, ਜਿਸ ਦੇ ਅੰਦਰ ਪ੍ਰੇਮ ਪੂਰਵਕ ਇਹ ਸ਼ਬਦ ਪਰਮੇਸ਼ਰ ਦੇ ਨਾਲ ਭਗਤ ਜੀ ਨੇ ਸਾਂਝੇ ਕੀਤੇ। ਜਿਸ ਪ੍ਰਕਾਰ ਵੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਭਗਤ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਜੋ ਹਮ ਬੰਦੇ ਮੋਹ ਫਾਸ। ਭਗਤ ਰਵਿਦਾਸ ਸਾਹਿਬ ਜੀ ਬਚਨ ਕਰਦੇ ਹਨ ਕਿ ਹੇ ਪਰਮੇਸ਼ਰ ਵਾਹਿਗੁਰੂ, ਜਦੋਂ ਅਸੀਂ ਬੰਨੇ ਹੋਏ ਸੀ ਮੋਹ ਫਾਸ, ਜਿਹੜਾ ਮੋਹ ਹੈ ਇਹਦੀ ਫਾਹੀ ਦੇ ਨਾਲ ਅਸੀਂ ਵੱਜ ਗਏ ਸੀ। ਇਸ ਸੰਸਾਰ ਦੀ ਜਿਤਨੀ ਮੋਹ ਮਾਇਆ ਇਹਦੇ ਵਿੱਚ ਅਸੀਂ ਵੱਜ ਗਏ, ਫਸ ਗਏ। ਹਮ ਪ੍ਰੇਮ ਬਦਨ ਤੁਮ ਬਾਧੇ। ਭਗਤ ਜੀ ਕਹਿੰਦੇ ਅਸੀਂ ਫਿਰ ਕੀ ਕੀਤਾ ਪਰਮੇਸ਼ਰ ਵਾਹਿਗੁਰੂ, ਜਦੋਂ ਅਸੀਂ ਮੋਹ ਮਾਇਆ ਦੀ ਫਾਹੀ ਵਿੱਚ ਵੱਜ ਗਏ ਤਾਂ ਉਸ ਸਮੇਂ ਹਮ ਛੂਟੇ ਤੁਮ ਆਰਾਧੇ, ਕਿ ਅਸੀਂ ਫਿਰ ਛੁੱਟਣ ਵਾਸਤੇ ਤੇਰੀ ਅਰਾਧਨਾ ਕੀਤੀ। ਕਿ ਜਦੋਂ ਇੰਨੇ ਬੰਧਨ ਪੈ ਜਾਣ, ਜੀਵ ਜਿਹੜਾ ਫਾਹੀਆਂ ਦੇ ਵਿੱਚ ਜਕੜਿਆ ਜਾਏ, ਜਦੋਂ ਕੋਈ ਸਹਾਇਤਾ ਨਾ ਕਰੇ, ਫਿਰ ਉਦੋਂ ਪਰਮੇਸ਼ਰ ਹੀ ਹੈ, ਪਰਮਾਤਮਾ ਵਾਹਿਗੁਰੂ ਤੂੰ ਹੀ ਹੈ ਉਸ ਸਮੇਂ ਜੀਵ ਦੀ ਰੱਖਿਆ ਕਰਨ ਵਾਲਾ। ਕਿ ਜਦੋਂ ਅਸੀਂ ਵੇਖਿਆ ਵੀ ਮੋਹ ਦੀਆਂ ਫਾਹੀਆਂ ਪੈ ਗਈਆਂ, ਇਹ ਛੁੱਟਦੀਆਂ ਨਹੀਂ, ਉਸ ਸਮੇਂ ਫਿਰ ਛੁੱਟਣ ਵਾਸਤੇ ਤੇਰੀ ਅਰਾਧਨਾ ਕੀਤੀ। ਹਮ ਛੂਟੇ ਤੁਮ ਆਰਾਧੇ, ਕਿ ਤੇਰੀ ਅਰਾਧਨਾ ਕਰਕੇ, ਤੇਰਾ ਨਾਮ ਜਪ ਕੇ ਅਸੀਂ ਛੁੱਟ ਗਏ। ਅਤੇ ਛੁੱਟ ਵੀ ਗਏ ਅਤੇ ਹਮ ਪ੍ਰੇਮ ਬੰਧਨ ਤੁਮ ਬੰਧੇ, ਅਸੀਂ ਪਰਮੇਸ਼ਰ ਵਾਹਿਗੁਰੂ ਤੈਨੂੰ ਬੰਨ੍ਹ ਲਿਆ। ਭਗਤਾਂ ਦੀ ਐਸੀ ਵਡਿਆਈ ਹੈ ਕਿ ਭਗਤ ਪਰਮੇਸ਼ਰ ਦੇ ਨਾਲ ਇਹ ਸਿੱਧੀਆਂ ਗੱਲਾਂ ਬਾਤਾਂ ਕਰ ਲੈਂਦੇ ਆ, ਜਿਨ੍ਹਾਂ ਦੀਆਂ ਕਮਾਈਆਂ ਨੇ। ਕਹਿੰਦੇ ਪਰਮੇਸ਼ਰ ਵਾਹਿਗੁਰੂ ਤੈਨੂੰ ਕੋਈ ਬੰਨ੍ਹ ਨਹੀਂ ਸਕਿਆ, ਪਰ ਅਸੀਂ ਤੈਨੂੰ ਬੰਨ੍ਹ ਲਿਆ। ਪ੍ਰੇਮ ਬੰਧਨ ਤੁਮ ਬੰਧੇ, ਕਿ ਪਰਮੇਸ਼ਰ ਵਾਹਿਗੁਰੂ ਅਸੀਂ ਤੈਨੂੰ ਪ੍ਰੇਮ ਦੇ ਬੰਧਨਾਂ ਦੇ ਵਿੱਚ ਬੰਨ੍ਹ ਲਿਆ ਹੈ। ਆਪਣੇ ਛੁੱਟਣ ਕੋ ਯਤਨ ਕਰੋ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਹੁਣ ਤੂੰ ਆਪਣੇ ਛੁੱਟਣ ਦਾ ਯਤਨ ਕਰ, ਕਿਉਂਕਿ ਤੂੰ ਸਭ ਤੋਂ ਵੱਡਾ ਹੈ, ਰੱਬ ਤੋਂ ਵੱਡਾ ਕੋਈ ਨਹੀਂ। ਵੀ ਸਾਨੂੰ ਜਦੋਂ ਫਾਹੀਆਂ ਪਈਆਂ ਅਸੀਂ ਤੇਰਾ ਨਾਮ ਜਪਿਆ, ਛੁੱਟ ਗਏ। ਹੁਣ ਤੂੰ ਜਿਸ ਪ੍ਰੇਮ ਦੇ ਵਿੱਚ ਵੱਜ ਗਿਆ, ਤੂੰ ਕਿਹੜੇ ਰੱਬ ਨੂੰ ਯਾਦ ਕਰਕੇ ਛੁੱਟੇਂਗਾ, ਭਾਵ ਕਿ ਤੂੰ ਤੇ ਪ੍ਰੇਮ ਦੇ ਵੱਸ ਹੋ ਗਿਆ। ਕਿਉਂਕਿ ਪਰਮੇਸ਼ਰ ਵਾਹਿਗੁਰੂ ਭਗਤਾਂ ਦੇ ਪ੍ਰੇਮ ਵੱਸ ਹੋ ਜਾਂਦਾ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਆਉਂਦੇ ਹਨ, ਮੇਰੀ ਬੰਧੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੂਟੈ ਮੋਹ ਪੈ। ਪਰਮੇਸ਼ਰ ਵਾਹਿਗੁਰੂ ਕਹਿੰਦਾ ਜਿਹੜੇ ਮੈਂ ਬੰਨ੍ਹ ਦਿੱਤੇ ਉਹਨਾਂ ਨੂੰ ਭਗਤ ਛਡਾ ਸਕਦੇ ਆ, ਪਰ ਜਿਹੜੇ ਭਗਤਾਂ ਨੇ ਬੰਨ੍ਹਤੇ ਹੈ ਉਹ ਕਹਿੰਦੇ ਪਰਮੇਸ਼ਰ ਕਹਿੰਦਾ ਮੈਂ ਵੀ ਨਹੀਂ ਛਡਾ ਸਕਦਾ, ਕਿਉਂਕਿ ਪ੍ਰੇਮ ਇਤਨਾ ਪਰਮੇਸ਼ਰ ਦਾ ਨਾਲ ਉਹਨਾਂ ਭਗਤਾਂ ਦਾ। ਤਾਂ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਹੈ ਆਪਣੇ ਛੂਟਣ ਕੋ ਯਤਨ ਕਰੋ। ਹੇ ਪਰਮੇਸ਼ਰ ਵਾਹਿਗੁਰੂ
ਹੁਣ ਤੂੰ ਆਪਣੇ ਛੁੱਟਣ ਦਾ, ਇਸ ਪ੍ਰੇਮ ਦੀਆਂ ਫਾਹੀਆਂ ਦੇ ਵਿੱਚੋਂ ਮੁਕਤ ਹੋਣ ਦਾ ਯਤਨ ਕਰ। ਹਮ ਛੁਟੇ ਤਮ ਆਰਾਧੇ। ਕਿਉਂਕਿ ਅਸੀਂ ਤੇ ਪਰਮੇਸ਼ਰ ਵਾਹਿਗੁਰੂ ਤੈਨੂੰ ਚੇਤੇ ਕਰਕੇ ਛੁੱਟ ਗਏ ਹਾਂ, ਤੇਰੀ ਭਗਤੀ ਕਰਕੇ ਅਸੀਂ ਛੁੱਟ ਗਏ ਹਾਂ। ਪਰਮੇਸ਼ਰ ਵਾਹਿਗੁਰੂ ਕੇਵਲ ਤੇ ਕੇਵਲ ਭਗਤੀ ਦੇ ਤੇ ਪ੍ਰੇਮ ਦੇ ਵਸ ਹੁੰਦਾ, ਹੋਰ ਕਿਸੇ ਦੇ ਵਸ ਨਹੀਂ ਹੁੰਦਾ। ਜਿਵੇਂ ਇਤਿਹਾਸ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਇੱਕ ਸਾਖੀ ਆਉਂਦੀ ਹੈ ਕਿ ਸਤਿਗੁਰਾਂ ਦਾ ਇੱਕ ਸਿੱਖ ਸੀ ਆਪਣੇ ਇੱਧਰ ਕਾਬਲ ਕੰਧਾਰ ਦੇ ਵੱਲ, ਜਿਹਦਾ ਨਾਮ ਸੀ ਭਾਈ ਗੋਂਦਾ। ਅਤੇ ਭਾਈ ਗੋਂਦਾ ਜਿਹੜਾ ਸੀ ਉਹ ਗੁਰੂ ਦੀ ਭਗਤੀ ਕਰਨ ਵਾਲਾ, ਪਰਮੇਸ਼ਰ ਦੀ ਅਰਾਧਨਾ ਕਰਨ ਵਾਲਾ, ਇੱਕ ਦਿਨ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਰਮੇਸ਼ਰ ਦਾ ਭਜਨ ਕਰਨ ਲੱਗ ਪਿਆ। ਜਿਸ ਸਮੇਂ ਨਿਤਨੇਮ ਮਰਿਆਦਾ ਪੂਰੀ ਹੋਈ, ਉਸ ਤੋਂ ਬਾਅਦ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਲਿਆ। ਉੱਥੇ ਬੈਠੇ ਬੈਠੇ ਨਹੀਂ ਧਿਆਨ ਦੇ ਨਾਲ ਚਰਨ ਜਿਹੜੇ ਸਨ ਉਹ ਫੜ ਲਏ, ਅਤੇ ਇੱਧਰ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਆਪਣੇ ਆਸਣ ਤੋਂ ਅੱਜ ਉੱਠੇ ਨਹੀਂ, ਉਸੇ ਤਰ੍ਹਾਂ ਹੀ ਬੈਠੇ ਰਹੇ। ਸਿੱਖ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਬਾਹਰ ਦੀਵਾਨ ਦੇ ਅੰਦਰ ਹਾਜ਼ਰੀ ਭਰਨੀ ਹੈ। ਸਤਿਗੁਰਾਂ ਨੇ ਜਵਾਬ ਦਿੱਤਾ ਵੀ ਨਹੀਂ, ਅਜੇ ਨਹੀਂ, ਸਮਾਂ ਲੱਗੇਗਾ। ਉੱਧਰ ਗੁਰੂ ਕਾ ਸਿੱਖ ਜਿਹੜਾ ਭਾਈ ਗੋਂਦਾ ਇਤਨਾ ਭਗਤੀ ਦੇ ਵਿੱਚ ਭਿੱਜ ਗਿਆ, ਉਸੇ ਤਰ੍ਹਾਂ ਹੀ ਧਿਆਨ ਦੇ ਵਿੱਚ ਚਰਨ ਫੜ ਕੇ ਮਹਾਰਾਜ ਦੇ ਬੈਠਾ ਰਿਹਾ। ਇੰਨੇ ਨੂੰ ਹੋਰ ਸਮਾਂ ਲੰਘ ਗਿਆ। ਜਦੋਂ ਇੱਕ ਪਹਿਰ ਦਾ ਸਮਾਂ ਲੰਘ ਗਿਆ, ਫਿਰ ਆ ਕੇ ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ ਹੁਣ ਲੰਗਰ ਦਾ ਸਮਾਂ ਹੋ ਗਿਆ। ਫਿਰ ਸਤਿਗੁਰਾਂ ਨੇ ਜਵਾਬ ਦਿੱਤਾ ਵੀ ਨਹੀਂ, ਅਜੇ ਵੀ ਨਹੀਂ। ਇੱਦਾਂ ਕਰਦਿਆਂ ਕਰਦਿਆਂ ਸਾਰਾ ਦਿਨ ਲੰਘ ਗਿਆ, ਸ਼ਾਮਾਂ ਪੈ ਗਈਆਂ। ਸ਼ਾਮਾਂ ਨੂੰ ਕਿਤੇ ਜਾ ਕੇ ਭਾਈ ਗੋਂਦੇ ਦਾ ਧਿਆਨ ਜਿਹੜਾ ਉੱਧਰੋਂ ਛੁੱਟਿਆ ਗੁਰੂ ਚਰਨਾਂ ਦੇ ਵੱਲੋਂ, ਅਤੇ ਫਿਰ ਉੱਠਿਆ। ਇੱਧਰ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਆਪਣੇ ਆਸਣ ਤੋਂ ਖੜ੍ਹੇ ਹੋ ਗਏ। ਸਿੱਖਾਂ ਨੇ ਪੁੱਛਿਆ ਮਹਾਰਾਜ ਵੀ ਇਹ ਕੀ ਗੱਲ ਹੈ? ਤਾਂ ਉਸ ਸਮੇਂ ਸਤਿਗੁਰਾਂ ਨੇ ਸਾਰੀ ਵਾਰਤਾ ਦੱਸੀ ਕਿ ਗੋਂਦਾ ਸਿੱਖ ਕਾਬਲ ਮੈਂ ਰਹਿ, ਹੋਏ ਧਿਆਨ ਚਰਨ ਤਿਨ ਗਹਿ, ਵੀ ਉਹਨੇ ਧਿਆਨ ਦੁਆਰਾ ਸਾਡੇ ਚਰਨ ਜਿਹੜੇ ਸਨ ਉਹ ਫੜੇ ਹੈ, ਅਤੇ ਅਸੀਂ ਉਹ ਸਿੱਖ ਦਾ ਧਿਆਨ ਜਿਹੜਾ ਤੋੜ ਨਹੀਂ ਸਕਦੇ, ਇਸ ਕਰਕੇ ਅਸੀਂ ਉੱਠੇ ਨਹੀਂ। ਇਹ ਗੁਰੂ ਦੀ ਅਤੇ ਸਿੱਖ ਦੀ ਇੱਕ ਪ੍ਰੇਮ ਪੂਰਵਕ ਭਗਤੀ ਹੈ। ਇਸੇ ਤਰ੍ਹਾਂ ਹੀ ਭਗਤਾਂ ਦੀ ਅਤੇ ਪਰਮੇਸ਼ਰ ਦੀ ਭਗਤੀ ਹੈ। ਜਿਵੇਂ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਸ ਸਮੇਂ ਗੁਰੂ ਕੇ ਸਿੱਖ ਭੇਟਾ ਕਰਨ ਵਾਸਤੇ ਵਧੀਆ ਕਸ਼ਮੀਰ ਦੇ ਪਸ਼ਮੀਨੇ ਦੇ ਰੇਸ਼ਮ ਦੇ ਦਸ਼ਾਲੇ ਜਿਹੜੇ ਉਹ ਲੈ ਕੇ ਤੁਰੇ ਕਿ ਜਾ ਕੇ ਛੇਵੇਂ ਪਾਤਸ਼ਾਹ ਨੂੰ ਭੇਟਾ ਕਰਾਂਗੇ। ਜਦੋਂ ਪੱਟੀ ਜਿਹੜਾ ਸ਼ਹਿਰ ਹੈ ਇੱਥੇ ਆਏ, ਇੱਦੋਂ ਅੱਗੇ ਦਰਿਆ ਪਾਰ ਹੋ ਕੇ ਅੰਮ੍ਰਿਤਸਰ ਜਾਣਾ ਸੀ। ਜਦੋਂ ਇੱਥੇ ਆਏ ਪੱਟੀ ਸ਼ਹਿਰ ਦੇ ਵਿੱਚ, ਅਤੇ ਮੌਸਮ ਦੇ ਕਰਕੇ ਉਹ ਦਸ਼ਾਲੇ ਜਿਹੜੇ ਸਿੱਲੇ ਹੋ ਗਏ ਮੀਂਹ ਪੈਣ ਕਰਕੇ, ਉਹਨਾਂ ਸਿੱਖਾਂ ਨੇ ਉਹ ਦਸ਼ਾਲੇ ਜਿਹੜੇ ਝਾੜੀਆਂ 'ਤੇ ਪਾ ਦਿੱਤੇ ਵੀ ਸੁੱਕ ਜਾਣਗੇ ਫਿਰ ਲੈ ਜਾਵਾਂਗੇ। ਜਦੋਂ ਉਹ ਝਾੜੀਆਂ 'ਤੇ ਪਾਏ ਸੁੱਕਣੇ, ਇੰਨੀ ਉਹਨਾਂ ਦੀ ਸ਼ੋਭਾ, ਇੰਨੀ ਉਹਨਾਂ ਦੀ ਚਮਕ, ਜਿਹੜਾ ਪੱਟੀ ਦਾ ਨਵਾਬ ਸੀ ਉਹਦੀ ਨਜ਼ਰੀ ਪੈ ਗਏ, ਅਤੇ ਉਹ ਧੱਕੇ ਦੇ ਨਾਲ ਜ਼ੋਰ ਦੇ ਨਾਲ ਖੋਹ ਕੇ ਲੈ ਗਿਆ। ਜਦੋਂ ਸਿੱਖਾਂ ਨੇ ਆਖਿਆ ਵੀ ਪਾਤਸ਼ਾਹ ਨੂੰ ਭੇਟਾ ਕਰਨੇ, ਕਹਿਣ ਲੱਗਾ ਪਾਤਸ਼ਾਹ ਹੋਰ ਕੋਈ ਨਹੀਂ, ਸਾਡਾ ਰਾਜ ਹੈ, ਅਸੀਂ ਪਾਤਸ਼ਾਹ, ਖੋਹ ਕੇ ਲੈ ਗਿਆ। ਉਹ ਸਿੱਖ ਜਿਹੜੇ ਆ ਕੇ ਬੜੇ ਨਿਰਾਸ਼ ਹੋਏ, ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਵੀ ਸਤਿਗੁਰੂ ਜੀ ਆਹ ਭਾਣਾ ਵਰਤਿਆ। ਉਸ ਸਮੇਂ ਬਾਬਾ ਵਿਧੀ ਚੰਦ ਜੀ ਨੂੰ ਸਤਿਗੁਰਾਂ ਨੇ ਭੇਜਿਆ, ਅਤੇ ਬਾਬਾ ਵਿਧੀ ਚੰਦ ਭੇਸ ਵਟਾ ਕੇ ਔਰਤਾਂ ਦਾ ਲਿਬਾਸ ਧਾਰਨ ਕਰਕੇ ਬੁਰਕਾ ਪਾ ਕੇ
ਤੇ ਆਪਣੀ ਚਲਾਕੀ ਦੇ ਨਾਲ ਉਹ ਸਾਰੇ ਦਿਸ਼ਾਲੇ ਉੱਥੋਂ ਪੱਟੀ ਦੇ ਨਵਾਬ ਦੇ ਘਰੋਂ ਕੱਢ ਕੇ ਲਿਆਂਦੇ। ਜਦੋਂ ਘਰੋਂ ਕੱਢ ਕੇ ਤੁਰਿਆ ਤੇ ਬਾਹਰ ਜਦੋਂ ਨਿਕਲਿਆ, ਪਤਾ ਲੱਗਿਆ ਸਿਪਾਹੀ ਮਗਰ ਲੱਗ ਗਏ। ਤੇ ਰਸਤੇ ਦੇ ਵਿੱਚ ਥੋੜ੍ਹਾ ਅੱਗੇ ਗਿਆ ਤੇ ਗੁਰਦੁਆਰਾ ਅੱਜ ਉੱਥੇ ਭੱਠ ਸਾਹਿਬ ਹੈ, ਉੱਥੇ ਕੋਈ ਭੱਠੀ ਦੇ ਵਿੱਚ ਜਿਹੜੇ ਦਾਣੇ ਭੁੰਨਦੇ ਉਹਨੇ ਭੱਠੀ ਲਾਈ ਹੋਈ, ਤੇ ਉਹਦੇ ਕੋਲ ਚਲੇ ਗਿਆ ਵੀ ਹੁਣ ਸਿਪਾਹੀ ਪਿੱਛੇ ਲੱਗੇ ਆ ਵੀ ਤੂੰ ਤੇਰੀ ਸ਼ਰਨ ਦੇ ਵਿੱਚ ਹਾਂ। ਉਹ ਕਹਿਣ ਲੱਗਾ ਮੇਰੇ ਕੋਲ ਤਾਂ ਕੁਝ ਨਹੀਂ ਹੈ, ਆਹ ਭੱਠ ਹੈ, ਇਹਦੇ ਵਿੱਚ ਹੀ ਕੋਈ ਲੁਕ ਸਕਦਾ, ਇਹਦੇ 'ਚ ਅੱਗ ਮੱਚਦੀ ਹੈ। ਤੇ ਬਾਬਾ ਬਿਧੀ ਚੰਦ ਛੇਵੇਂ ਪਾਤਸ਼ਾਹ ਮਹਾਰਾਜ ਦਾ ਨਾਂ ਲੈ ਕੇ ਭੱਠ 'ਚ ਬਹਿ ਗਿਆ। ਬਲਦੇ ਸੜਦੇ ਭੱਠ ਦੇ ਵਿੱਚ ਇਸ ਸਮੇਂ ਚੌਂਕੜਾ ਲਾ ਕੇ ਦੁਸ਼ਾਲੇ ਲਾ ਕੇ ਬਹਿ ਗਿਆ। ਉੱਧਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਖਾਂ ਨੂੰ ਕਹਿਣ ਲੱਗੇ ਵੀ ਸਾਡੇ ਸਰੀਰ ਦੇ ਉੱਤੇ ਪਾਣੀ ਜਿਹੜਾ ਉਹ ਪਾਈ ਜਾਓ। ਸਿੱਖ ਪਾਣੀ ਪਾਉਣ ਲੱਗ ਪਏ, ਗਾਗਰਾਂ ਦੀਆਂ ਗਾਗਰਾਂ ਪੈ ਗਈਆਂ। ਸਤਿਗੁਰੂ ਜੀ ਆਪਣੇ ਆਸਣ ਦੇ ਵਿੱਚ ਉਸੇ ਤਰ੍ਹਾਂ ਬੈਠੇ ਰਹੇ। ਜਦੋਂ ਉਹ ਸਿਪਾਹੀ ਵੇਖ ਕੇ ਚਲੇ ਗਏ, ਨਾ ਕੁਝ ਹੱਥ ਲੱਗਾ, ਫਿਰ ਬਾਬਾ ਬਿਧੀ ਚੰਦ ਉਸੇ ਤਰ੍ਹਾਂ ਭੱਠ ਦੇ ਵਿੱਚੋਂ ਸਹੀ ਸਲਾਮਤ ਬਾਹਰ ਨਿਕਲਿਆ। ਸਰੀਰ ਦਾ ਇੱਕ ਰੋਮ ਵੀ ਜਿਹੜਾ ਉਹ ਵੀ ਨਹੀਂ ਅੱਗ ਦੇ ਵਿੱਚ ਸੜਿਆ। ਛੇਵੇਂ ਪਾਤਸ਼ਾਹ ਮਹਾਰਾਜ ਨੇ ਉੱਧਰ ਇਹ ਸਾਰੀ ਪਾਣੀ ਬੰਦ ਕਰ ਦਿੱਤਾ। ਸਿੱਖਾਂ ਨੂੰ ਆਖਿਆ ਵੀ ਠੀਕ ਹੈ, ਹੁਣ ਰੁਕ ਜਾਓ। ਜਦੋਂ ਗਿਆ ਬਾਬਾ ਬਿਧੀ ਚੰਦ ਸਾਰੀ ਜਾ ਕੇ ਗੱਲ ਦੱਸੀ, ਫਿਰ ਛੇਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਕਿ ਜਿਹੜਾ ਸਿੱਖ ਗੁਰੂ ਦਾ ਹੋ ਜਾਏ ਤੇ ਗੁਰੂ ਉਹਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਭਗਤ ਪਰਮੇਸ਼ਰ ਦਾ ਹੋ ਜਾਏ, ਪਰਮੇਸ਼ਰ ਉਹਦਾ ਹੋ ਜਾਂਦਾ। ਇਸੇ ਤਰ੍ਹਾਂ ਹੀ ਭਗਤ ਰਵਿਦਾਸ ਸਾਹਿਬ ਜੀ ਇੱਥੇ ਕਹਿੰਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਤੈਨੂੰ ਅਸੀਂ ਪ੍ਰੇਮ ਦੀ ਫਾਹੀ ਦੇ ਵਿੱਚ, ਭਾਵ ਕਿ ਤੇਰੇ ਨਾਲ ਇੰਨਾ ਪ੍ਰੇਮ ਹੈ, ਭਗਤੀ ਤੇਰੀ ਇਤਨੀ ਪ੍ਰੇਮ ਦੇ ਨਾਲ ਕੀਤੀ ਹੈ, ਹੁਣ ਤੈਨੂੰ ਬੰਨ੍ਹ ਲਿਆ। ਇਸ ਕਰਕੇ ਤੂੰ ਆਪਣੇ ਛੁੱਟਣ ਦਾ ਯਤਨ ਕਰ, ਅਸੀਂ ਤੈਨੂੰ ਜਪ ਕੇ ਛੁੱਟ ਗਏ ਹਾਂ। ਮਾਧਵੇ ਜਾਣਤ ਹੋ ਜੈਸੀ ਤੈਸੀ। ਕਿਉਂਕਿ ਇਹ ਮਾਇਆ ਦੇ ਪਤੀ ਪਰਮੇਸ਼ਰ ਵਾਹਿਗੁਰੂ ਤੁਸੀਂ ਜਾਣਦੇ ਹੋ ਕਿ ਜਿੱਦਾਂ ਦੀ ਸਾਡੀ ਭਗਤੀ ਹੈ, ਸਭ ਕੁਝ ਜਾਣਦੇ ਹੋ ਕਿ ਕਿਵੇਂ ਕੀਤੀ ਹੈ। ਅਬ ਕਹਾ ਕਰੋਗੇ ਐਸੀ। ਹੁਣ ਪਰਮੇਸ਼ਰ ਵਾਹਿਗੁਰੂ ਤੁਸੀਂ ਇੱਦਾਂ ਨਹੀਂ ਕਰ ਸਕਦੇ ਕਿ ਫਿਰ ਇਹਨੂੰ ਉਸੇ ਮੋਹ ਮਾਇਆ ਦੇ ਬੰਧਨਾਂ ਵਿੱਚ ਪਾ ਦਈਏ, ਫਿਰ ਜੰਮਣ ਮਰਨ 'ਚ ਪਾ ਦਈਏ, 84 'ਚ ਪਾ ਦਈਏ। ਪਰਮੇਸ਼ਰ ਵਾਹਿਗੁਰੂ ਹੁਣ ਤੁਸੀਂ ਇੱਦਾਂ ਨਹੀਂ ਕਰ ਸਕਦੇ। ਰਹਾਉ ਮੀਨ ਪਕੜ ਫੰਕਿਓ ਅਰ ਕਾਟਿਓ। ਫਿਰ ਪਰਮੇਸ਼ਰ ਨੇ ਆਖਿਆ ਵੀ ਦੱਸ ਭਗਤ ਰਵਿਦਾਸ ਤੇਰੀ ਭਗਤੀ ਕਿਤਨੀ ਕੁ ਹੈ, ਕੁਝ ਨਾ ਕੁਝ ਦੱਸ ਤੇ ਸਹੀ। ਉੱਦਾਂ ਤਾਂ ਸਾਰੇ ਹੀ ਕਹਿੰਦੇ ਆ ਵੀ ਮੇਰੀ ਭਗਤੀ ਹੈ, ਮੇਰਾ ਪਿਆਰ ਹੈ ਤੇਰੇ ਨਾਲ, ਪਰ ਦੱਸ ਵੀ ਕਿਤਨਾ ਕੁ ਹੈ। ਤਾਂ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਮੀਨ ਪਕੜ ਫੰਕਿਓ ਅਰ ਕਾਟਿਓ। ਉਦਾਹਰਨ ਦਿੰਦੇ ਆ ਕਿ ਪਰਮੇਸ਼ਰ ਵਾਹਿਗੁਰੂ ਜਿਵੇਂ ਇੱਕ ਮੀਨ ਮੱਛੀ ਹੁੰਦੀ ਹੈ, ਉਸ ਨੂੰ ਕੋਈ ਫੜ ਲਵੇ ਤੇ ਫਿਰ ਉਸ ਨੂੰ ਫੰਕਿਓ ਕਹੀਏ, ਉਹਦੀਆਂ ਫਾੜੀਆਂ ਕਰ ਲਵੇ, ਉਹਨੂੰ ਕੱਟ ਕੇ ਛੋਟੀ ਛੋਟੀ ਕਰ ਲਵੇ। ਰਾਂਦ ਕੀਓ ਬਹੁਬਾਨੀ। ਤੇ ਫਿਰ ਉਸ ਨੂੰ ਪਾ ਕੇ ਭਾਂਡੇ ਦੇ ਵਿੱਚ ਤੇ ਰਿੰਨ ਲਵੇ, ਤੇ ਬਹੁਬਾਨੀ ਤਰ੍ਹਾਂ ਤਰ੍ਹਾਂ ਦੇ ਉਹਦੇ ਵਿੱਚ ਮਸਾਲੇ ਪਾ ਕੇ ਕੋਈ ਤਰੀ ਬਣਾ ਲਵੇ, ਕੋਈ ਸੁੱਕੀ ਬਣਾ ਲਵੇ, ਆਪੋ ਆਪਣੇ ਸਵਾਦ ਦੇ ਅਨੁਸਾਰ ਉਹਨੂੰ ਕੋਈ ਬਣਾ ਲਵੇ ਖਾਣ ਵਾਲਾ। ਖੰਡ ਖੰਡ ਕਰ ਭੋਜਨ ਕੀਨੋ। ਫਿਰ ਉਹਨੂੰ ਚੰਗੇ ਤਰੀਕੇ ਨਾਲ ਬਣਾ ਕੇ ਤੇ ਖੰਡ ਖੰਡ ਕਰ, ਟੁਕੜੇ ਟੁਕੜੇ ਭਾਵ ਕੇ ਚਿੱਥ ਚਿੱਥ ਕੇ ਆਪਣੇ ਦੰਦਾਂ ਦੇ ਨਾਲ ਸਵਾਦ ਲੈ ਲੈ ਕੇ ਉਹਨੂੰ ਕੋਈ ਖਾ ਲਵੇ ਭੋਜਨ ਬਣਾ ਕੇ। ਤਉ ਨਾ ਬਿਸਰਿਓ ਪਾਨੀ। ਪਰ ਜਦੋਂ ਉਹ ਅੰਦਰ ਚਲੀ ਜਾਂਦੀ ਹੈ ਤੇ ਉਹਦੀ ਤਸੀਰ ਗਰਮ ਹੁੰਦੀ ਹੈ ਮੱਛੀ ਦੀ, ਤੇ ਜਦੋਂ ਉਹਨੂੰ ਕੱਢਿਆ ਉਦੋਂ ਵੀ ਪਾਣੀ ਦੇ ਵਿੱਚ ਸੀ ਉਹ। ਫਿਰ ਜਦੋਂ ਉਹਨੂੰ ਸਾਫ਼ ਕੀਤਾ ਧੋਤਾ ਉਹ ਵੀ ਪਾਣੀ ਦੇ ਨਾਲ, ਫਿਰ ਉਹਨੂੰ ਰਿੰਨਿਆ ਉਹ ਵੀ ਪਾਣੀ ਦੇ ਵਿੱਚ। ਤੇ ਜਦੋਂ ਉਹ ਅੰਦਰ ਚਲੀ ਜਾਂਦੀ ਹੈ, ਜਿਹੜਾ ਖਾ ਲੈਂਦਾ ਅੰਦਰ ਗਈ ਵੀ ਪਾਣੀ ਮੰਗਦੀ ਹੈ, ਉਹਨੂੰ ਤੇਹ ਬਹੁਤ ਲੱਗਦੀ ਹੈ ਜਿਹੜਾ ਮੱਛੀ ਖਾਂਦਾ, ਤਸੀਰ ਗਰਮ ਹੁੰਦੀ ਉਹਦੀ। ਫਿਰ ਉਹ ਸਾਰਾ ਦਿਨ ਪਾਣੀ ਪਾਣੀ ਕਰਦਾ ਰਹਿੰਦਾ, ਪਾਣੀ ਪੀਂਦਾ ਰਹਿੰਦਾ। ਉਹ ਨਹੀਂ ਪੀਂਦਾ, ਉਹ ਜਿਹੜੀ ਅੰਦਰ ਗਈ ਆ ਉਹ ਮੰਗਦੀ ਹੈ।
ਤੇ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਕਿ ਪਰਮੇਸ਼ਰ ਵਾਹਿਗੁਰੂ ਜਿਵੇਂ ਮੱਛੀ ਜਿਹੜੀ ਹੈ ਉਹਨੇ ਆਪਣਾ ਸਭ ਕੁਝ ਕੁਰਬਾਨ ਕਰਤਾ, ਜਿੰਦ ਵੀ ਵਾਰਤੀ, ਮਰ ਵੀ ਗਈ, ਟੁਕੜੇ ਟੁਕੜੇ ਵੀ ਹੋ ਗਈ, ਸਰੀਰ ਦੇ ਅੰਦਰ ਵੀ ਚਲੀ ਗਈ, ਪਰ ਫਿਰ ਵੀ ਉਹਨੇ ਪਾਣੀ ਨਹੀਂ ਪਿਲਾਇਆ, ਪਾਣੀ ਮੰਗਦੀ ਹੈ ਫਿਰ ਵੀ। ਇਸੇ ਤਰ੍ਹਾਂ ਹੀ ਪਰਮੇਸ਼ਰ ਵਾਹਿਗੁਰੂ ਚਾਹੇ ਸਾਡਾ ਸਰੀਰ ਟੁਕੜੇ ਟੁਕੜੇ ਹੋ ਜਾਏ, ਚਾਹੇ ਕੱਟਿਆ ਜਾਏ, ਵੱਢਿਆ ਜਾਏ, ਜਿੰਦ ਚਲੀ ਜਾਏ, ਫਿਰ ਵੀ ਪਰਮੇਸ਼ਰ ਵਾਹਿਗੁਰੂ ਤੇਰੇ ਨਾਲ ਜਿਹੜਾ ਪਿਆਰ ਹੈ ਨਾ, ਪ੍ਰੇਮ ਹੈ, ਉਹ ਨਹੀਂ ਸਾਡਾ ਦੂਰ ਹੁੰਦਾ, ਉਹ ਇਸੇ ਤਰ੍ਹਾਂ ਹੀ ਰਹੇਗਾ। ਜਿਵੇਂ ਸਿੱਖਾਂ ਦਾ ਇਤਿਹਾਸ ਆਉਂਦਾ, ਜਿਵੇਂ ਮੱਛੀ ਨੂੰ ਕੱਟਿਆ ਗਿਆ, ਟੁਕੜੇ ਕੀਤੇ ਗਏ, ਭਾਈ ਤਾਰੂ ਸਿੰਘ ਜੀ ਖੋਪੜ ਲੁਹਾ ਦਿੱਤੇ, ਭਾਈ ਮਤੀ ਦਾਸ ਜੀ ਆਰੇ ਨਾਲ ਚੀਰੇ ਗਏ, ਇਸੇ ਤਰ੍ਹਾਂ ਭਾਈ ਮਣੀ ਸਿੰਘ ਜੀ ਟੁਕੜੇ ਟੁਕੜੇ ਹੋ ਗਏ, ਬੰਦ ਬੰਦ ਕੱਟਤੇ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਰੂਈ ਨਾਲ ਬੰਨ੍ਹ ਕੇ ਉਹਨਾਂ ਨੂੰ ਸਾੜਿਆ ਗਿਆ, ਉਬਲਦੀਆਂ ਦੇਗਾਂ ਵਿੱਚ ਉਹਨਾਂ ਨੂੰ ਕਾੜਿਆ ਗਿਆ, ਪਰ ਕਿਸੇ ਵੀ ਸਿੱਖ ਨੇ ਸਿੱਖੀ ਤੋਂ, ਪਰਮੇਸ਼ਰ ਦੇ ਪ੍ਰੇਮ ਤੋਂ, ਗੁਰੂ ਦੇ ਪ੍ਰੇਮ ਤੋਂ ਕੋਈ ਮੂੰਹ ਨਹੀਂ ਮੋੜਿਆ। ਹੱਸ ਹੱਸ ਕੇ ਉਸ ਚੀਜ਼ ਨੂੰ ਚੱਲਿਆ ਵੀ ਇਹ ਤਾਂ ਸਰੀਰ ਦੇ ਨਾਲ ਹੋ ਰਿਹਾ ਸਭ ਕੁਝ। ਜਿਹੜੀ ਆਤਮਕ ਅਵਸਥਾ ਹੈ, ਨਾ ਉਹਨੂੰ ਅੱਗ ਸਾੜਦੀ ਹੈ, ਨਾ ਉਹਨੂੰ ਕੋਈ ਤਲਵਾਰ ਕੱਟਦੀ ਹੈ, ਕੁਝ ਨਹੀਂ ਹੋ ਸਕਦਾ ਉਹਦਾ। ਉਹ ਅਵਸਥਾ ਜਿਹੜੀ ਹੈ ਉਹਦੇ ਵਿੱਚ ਨਾ ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ। ਇਸ ਕਰਕੇ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਮੱਛੀ ਦੀ ਨਿਆਈ ਅਸੀਂ ਤੇਰੇ ਨਾਲ ਇਹ ਪ੍ਰੀਤੀ ਜਿਹੜੀ ਕੀਤੀ ਹੈ। ਆਪਨ ਬਾਪੈ ਨਾਹੀ ਕਿਸੀ ਕੋ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਤੂੰ ਕਿਹੜਾ ਕਿਸੇ ਦੇ ਪਿਓ ਦਾ ਖਰੀਦਿਆ ਭਾਵ ਕਹੀਏ ਜਗੀਰਦਾਰ ਹੈ। ਆਪਨ ਬਾਪੈ ਨਾਹੀ ਕਿਸੀ ਕੋ, ਕਿ ਤੇਰੇ 'ਤੇ ਕੋਈ ਦਾਅਵਾ ਨਹੀਂ ਕਰ ਸਕਦਾ ਕਿ ਰੱਬ ਅਸੀਂ ਖਰੀਦਿਆ, ਕਿਉਂਕਿ ਵੇਦ ਸ਼ਾਸਤਰ ਬ੍ਰਾਹਮਣ ਲੋਕ ਕਹਿੰਦੇ ਸਨ ਕਿ ਅਸੀਂ ਹੀ ਰੱਬ ਦੀ ਭਗਤੀ ਕਰ ਸਕਦੇ ਹਾਂ, ਅਸੀਂ ਰਾਹ ਦੱਸ ਸਕਦੇ ਹਾਂ, ਹੋਰ ਕੋਈ ਦੂਜਾ ਨਹੀਂ ਰੱਬ ਨਾਲ ਮਿਲ ਸਕਦਾ। ਅਤੇ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਆਪਣ ਬਾਪੈ ਨਾਹੀ ਕਿਸੀ ਕੋ। ਜਿਵੇਂ ਕਿਸੇ ਪਿਓ ਦੀ ਵਸਤੂ ਕਿਸੇ ਪੁੱਤਰ ਦੇ ਕੋਲ ਹੋਵੇ ਅਤੇ ਉਹਦੀ ਮਰਜ਼ੀ ਹੈ ਦੇਵੇ ਕਿਸੇ ਨੂੰ ਨਾ ਦੇਵੇ, ਪਰ ਪਰਮੇਸ਼ਰ ਵਾਹਿਗੁਰੂ ਤੂੰ ਤੇ ਕਿਸੇ ਦਾ ਖਰੀਦਿਆ ਨਹੀਂ ਨਾ ਵੀ ਤੈਨੂੰ ਕਿਸੇ ਨੇ ਖਰੀਦ ਲਿਆ ਵੀ ਜਿੱਥੇ ਉਹ ਕਹਿਣਗੇ ਤੂੰ ਉੱਥੇ ਜਾਣਾ। ਤੂੰ ਤਾਂ ਪਰਮੇਸ਼ਰ ਵਾਹਿਗੁਰੂ ਜਿੱਥੇ ਵੀ ਕੋਈ ਯਾਦ ਕਰ ਲਵੇ ਤੂੰ ਕਿਸੇ ਦਾ ਖਰੀਦਿਆ ਨਹੀਂ ਹੈ। ਭਾਵਨ ਕੋ ਹਰ ਰਾਜਾ। ਤੂੰ ਤੇ ਜਿਹੜੇ ਭਾਵਨਾ ਵਾਲੇ ਆ ਉਹਨਾਂ ਦਾ ਹੈ ਪਰਮੇਸ਼ਰ ਵਾਹਿਗੁਰੂ ਹੈ ਰਾਜਾ ਰੂਪ ਪਰਮਾਤਮਾ। ਜਿਹੜੇ ਭਾਵਨਾ ਵਾਲੇ ਆ, ਸ਼ਰਧਾ ਵਾਲੇ ਆ, ਉਹਨਾਂ ਤੱਕ ਤੂੰ ਪਹੁੰਚ ਜਾਂਦਾ ਹੈ ਜਿੱਥੇ ਵੀ ਕੋਈ ਭਾਵਨਾ ਵਾਲਾ ਯਾਦ ਕਰੇ। ਜਿਵੇਂ ਬਚਨ ਹਨ ਭਾਵੋ ਹੀ ਵਿਦਿਅਤੀ ਦੇਵਾ, ਕਿ ਉਹ ਪਰਮੇਸ਼ਰ ਵਾਹਿਗੁਰੂ ਭਾਵਨਾ ਦੁਆਰਾ ਹੀ ਪ੍ਰਗਟ ਹੁੰਦਾ। ਜਿਹਦੇ ਅੰਦਰ ਭਾਵਨਾ ਹੋਵੇ ਪਰਮੇਸ਼ਰ ਦੀ ਭਗਤੀ ਦੀ, ਗੁਰੂ ਦੇ ਪ੍ਰੇਮ ਦੀ, ਉੱਥੇ ਉਹ ਪਰਮੇਸ਼ਰ ਵਾਹਿਗੁਰੂ ਆਪੇ ਹੀ ਪ੍ਰਗਟ ਹੋ ਜਾਂਦਾ। ਉਹਨੂੰ ਪਰਮੇਸ਼ਰ ਨੂੰ ਕਿਸੇ ਦੀ ਆਗਿਆ ਲੈਣ ਦੀ ਲੋੜ ਨਹੀਂ ਵੀ ਮੈਂ ਜਾਵਾਂ ਇਹਦੇ ਕੋਲ ਜਾਂ ਨਾ ਜਾਵਾਂ। ਤਾਂ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਆ ਪਰਮੇਸ਼ਰ ਵਾਹਿਗੁਰੂ ਤੂੰ ਤੇ ਭਾਵਨਾ ਵਾਲਿਆਂ ਦਾ ਹੈ। ਮੋਹ ਪਟਲ ਸਭ ਜਗਤ ਵਿਆਪਿਓ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਇਹ ਸਾਰਾ ਜਗਤ ਜਿਹੜਾ ਮੋਹ ਦੇ ਪਟਲ ਕਹੀਏ ਪਰਦੇ ਦੇ ਵਿੱਚ ਹੀ ਸਾਰਾ ਪਿਆ ਹੋਇਆ, ਸਭ ਦੇ ਮੋਹ ਦਾ ਪਰਦਾ ਪਿਆ। ਇਸ ਕਰਕੇ ਪਰਮੇਸ਼ਰ ਵਾਹਿਗੁਰੂ ਤੇਰੀ ਕਿਸੇ ਨੂੰ ਸਮਝ ਨਹੀਂ ਲੱਗ ਰਹੀ। ਭਗਤ ਨਹੀਂ ਸੰਤਾਪਾ। ਪਰ ਤੇਰੇ ਜਿਹੜੇ ਭਗਤ ਹਨ ਉਹਨਾਂ ਨੂੰ ਇਹਦਾ ਕੋਈ ਸੰਤਾਪ, ਕੋਈ ਦੁੱਖ ਨਹੀਂ ਹੈ। ਜਿਹੜੀ ਇਹ ਮੋਹ ਰੂਪ ਮਾਇਆ ਹੈ ਸਭ ਨੂੰ ਲੱਗੀ ਹੈ। ਮਾਇਆ ਮਮਤਾ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਜਿੰਨੇ ਜੀਵ ਜੰਤ ਹੈ ਸਭ ਨੂੰ ਇਹ ਮਾਇਆ ਜਿਹੜੀ ਹੈ ਉਹ ਆਪਣੀ ਖੁਰਾਕ ਬਣਾਈ ਰਹਿੰਦੀ ਹੈ, ਸਭ ਇਹਦੇ ਵਿੱਚ ਹੀ ਹੈ। ਪਰ ਭਗਤ ਨਾ ਵਿਆਪੈ ਮਾਇਆ, ਭਗਤ ਨਹੀਂ ਸੰਤਾਪਾ। ਪਰ ਜਿਹੜੇ ਤੇਰੇ ਭਗਤ ਹੈ ਉਹ ਪਰਮੇਸ਼ਰ ਵਾਹਿਗੁਰੂ ਇਹ ਸੰਤਾਪ ਤੋਂ ਦੁੱਖ ਤੋਂ ਰਹਿਤ ਹਨ। ਕਹਿ ਰਵਿਦਾਸ ਭਗਤ ਇੱਕ ਵਾਢੀ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਪਰਮੇਸ਼ਰ ਹੁਣ ਤੇ ਸਾਡੇ ਅੰਦਰ ਤੇਰੀ ਇੱਕ ਭਗਤੀ ਜਿਹੜੀ ਹੈ ਇਹੀ ਵਾਢੀ ਕਹੀਏ ਵੱਧ ਰਹੀ ਹੈ। ਅਬ ਇਹ ਕਾ ਸਿਓ ਕਹੀਐ। ਹੁਣ ਜਿਹੜੀ ਇਹ ਭਗਤੀ ਦੇ ਨਾਲ ਪ੍ਰੀਤੀ ਹੈ ਕਿਹਦੇ ਨਾਲ ਜਾ ਕੇ ਕਹੀਏ। ਜੇ ਤੇਰੀ ਭਗਤੀ ਕੀਤੀ ਹੈ ਤੇ ਤੈਨੂੰ ਹੀ ਕਹਿਣਾ, ਕਿਸੇ ਹੋਰ ਨੂੰ ਤਾਂ ਨਹੀਂ ਕਹਿ ਸਕਦੇ ਵੀ ਭਗਤੀ ਤੇਰੀ ਕਹੀਏ, ਪ੍ਰੀਤੀ ਤੇਰੇ ਨਾਲ ਹੈ
ਤੇ ਬੇਨਤੀਆਂ ਕਿਸੇ ਹੋਰ ਅੱਗੇ ਕਰੀਏ, ਇਹ ਨਹੀਂ ਹੋ ਸਕਦਾ। ਭਗਤੀ ਵੀ ਤੇਰੀ ਕੀਤੀ ਹੈ, ਪ੍ਰੀਤੀ ਵੀ ਤੇਰੇ ਨਾਲ ਕੀਤੀ ਹੈ, ਤੇ ਬੇਨਤੀਆਂ ਵੀ ਤੇਰੇ ਅੱਗੇ ਹੀ ਹਨ। ਜਾ ਕਾਰਨ ਹਮ ਤੁਮ ਆਰਾਧੇ। ਹੇ ਪਰਮੇਸ਼ਰ ਵਾਹਿਗੁਰੂ, ਜਿਸ ਕਾਰਨ ਕਰਕੇ ਤੇਰੀ ਅਸੀਂ ਭਗਤੀ ਕੀਤੀ ਹੈ, ਜਿਸ ਕੰਮ ਨੂੰ ਲੈ ਕੇ ਪਰਮੇਸ਼ਰ ਵਾਹਿਗੁਰੂ ਤੇਰਾ ਨਾਮ ਜਪਿਆ ਹੈ, ਸੋ ਦੁਖ ਅਜਹੂ ਸਹੀ ਹੈ। ਤੇ ਉਹ ਦੁੱਖ ਜਿਹੜਾ ਹਜੇ ਵੀ ਸਾਨੂੰ ਝੱਲਣਾ ਪਏਗਾ, ਕਿ ਤੇਰੀ ਭਗਤੀ ਇਸ ਕਰਕੇ ਕੀਤੀ ਹੈ, ਜੰਮਣ ਮਰਨ ਮਿਟ ਜਾਏ, 84 ਤੋਂ ਛੁਟਕਾਰਾ ਹੋ ਜਾਏ, ਤੇਰੀ ਪ੍ਰਾਪਤੀ ਹੋ ਜਾਏ, ਇਹ ਦੁੱਖਾਂ ਸੁੱਖਾਂ ਤੋਂ ਜਿਹੜੀ ਆਤਮਾ ਨਿਰਲੇਪ ਹੋ ਜਾਏ, ਤੇਰੀ ਪ੍ਰਾਪਤੀ ਹੋ ਜਾਏ। ਤੇ ਜੇ ਉਹ ਦੁੱਖ ਅਜੇ ਵੀ ਬਣੇ ਹੀ ਹੈ, ਤੇਰੇ ਦਰਸ਼ਨ ਹੋ ਗਏ, ਤੇਰੇ ਅੱਗੇ ਬੇਨਤੀਆਂ ਅਰਦਾਸਾਂ ਹਨ, ਤੇ ਫਿਰ ਵੀ ਪਰਮੇਸ਼ਰ ਵਾਹਿਗੁਰੂ ਉਹ ਦੁੱਖ ਹਜੇ ਵੀ ਝੱਲਣਾ ਪਵੇਗਾ, ਭਾਵ ਕਿ ਨਹੀਂ ਝੱਲਣਾ ਪੈਂਦਾ। ਕਿਉਂਕਿ ਜਿਸ ਨੇ ਵੀ ਪਰਮੇਸ਼ਰ ਦਾ ਨਾਮ ਲਿਆ, ਨਾਮ ਜਪਿਆ, ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਚਾਹੇ ਸਰੀਰਕ ਤੌਰ 'ਤੇ ਦੁੱਖ ਵੇਖਣ ਵਿੱਚ ਆਉਂਦੇ ਹੈ ਸੰਸਾਰੀ ਤਲ 'ਤੇ, ਪਰ ਅੰਤਰਾਤਮੇ ਉਹਨਾਂ ਨੇ ਉਹ ਪਦਵੀ ਜਿਹੜੀ ਉਹਨੂੰ ਪ੍ਰਾਪਤ ਕਰ ਲਿਆ ਹੈ। ਦੁਰਲਭ ਜਨਮ ਪੁੰਨ ਫਲ ਪਾਇਓ। ਅੱਗੇ ਭਗਤ ਰਵਿਦਾਸ ਸਾਹਿਬ ਜੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜੀਵ ਦੀ ਕੀ ਹਾਲਤ ਹੈ। ਭਗਤੀ ਤੋਂ ਬਿਨਾਂ ਜੀਵ ਦੇ ਜੀਵਨ ਵਿੱਚ ਕੁਝ ਵੀ ਕਰ ਲਵੇ ਇਨਸਾਨ, ਉਹਦੇ ਵਿੱਚ ਉਹਨੂੰ ਅਸਲੀ ਪ੍ਰਾਪਤੀ ਨਹੀਂ ਹੁੰਦੀ। ਤਾਂ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਦੁਰਲਭ ਜਨਮ ਪੁੰਨ ਫਲ ਪਾਇਓ, ਕਿ ਜਿਹੜਾ ਇਹ ਮਨੁੱਖਾ ਸਰੀਰ ਹੈ, ਇਹਦੀ ਕਦਰੋ ਕੀਮਤ ਨਹੀਂ ਆਪਾਂ ਜਾਣਦੇ ਵੀ ਕਿਵੇਂ ਮਿਲਿਆ, ਬਸ ਇੱਦਾਂ ਵੀ ਮਿਲ ਗਿਆ ਠੀਕ ਹੈ। ਪਰ ਭਗਤ ਜੀ ਕਹਿੰਦੇ ਦੁਰਲਭ ਜਨਮ, ਇਹ ਦੁਰਲਭ ਜਨਮ ਹੈ। ਜਿਹੜਾ ਔਖਾ ਹੋ ਕੇ ਲੱਭੇ ਉਹਨੂੰ ਦੁਰਲਭ ਕਹਿੰਦੇ ਆ, ਜਿਹੜਾ ਸੌਖਾ ਹੀ ਲੱਭ ਜੇ ਉਹਨੂੰ ਸੁਲੱਭ ਕਹਿੰਦੇ ਆ, ਜਿਹੜਾ ਲੱਭੇ ਹੀ ਨਾ ਉਹਨੂੰ ਅਲੱਭ ਕਹਿੰਦੇ ਆ। ਭਗਤ ਜੀ ਕਹਿੰਦੇ ਇਹ ਦੁਰਲਭ ਵਸਤੂ ਹੈ। ਕਬੀਰ ਮਾਨਸ ਜਨਮ ਦੁਰਲਭ ਹੈ, ਹੋਤ ਨਾ ਬਾਰੰਬਾਰ। ਕਿ ਪਰਮੇਸ਼ਰ ਵਾਹਿਗੁਰੂ ਇਹ ਜਿਹੜਾ ਮਨੁੱਖਾ ਜਨਮ ਹੈ ਨਾ, ਇਹ ਪੂਰਬਲੇ ਜਿਹੜੇ ਕੋਈ ਪੁੰਨ ਕੀਤੇ ਹੈ, ਉਹਨਾਂ ਪੁੰਨਾਂ ਦਾ ਫਲ ਰੂਪ ਜਿਹੜਾ ਇਹ ਮਨੁੱਖਾ ਸਰੀਰ ਸਾਨੂੰ ਪ੍ਰਾਪਤ ਹੋਇਆ ਹੈ। ਬੇਥਾ ਜਾਤ ਅਵਿਵੇਕੈ। ਪਰ ਇਹ ਵਿਵੇਕ ਤੋਂ ਬਿਨਾਂ ਅਵਿਵੇਕੈ ਕਹੀਏ, ਅਗਿਆਨ ਦੇ ਵਿੱਚ ਹੋ ਕੇ, ਵਿਚਾਰ ਤੋਂ ਬਿਨਾਂ ਬਿਰਥਾ ਖਾਲੀ ਹੀ ਜਾ ਰਿਹਾ। ਜਿਹੜੇ ਕੰਮ ਵਾਸਤੇ ਸਰੀਰ ਮਿਲਿਆ ਉਹਦਾ ਪਤਾ ਕੋਈ ਨਹੀਂ, ਉਹਦੇ ਵੱਲ ਧਿਆਨ ਕੋਈ ਨਹੀਂ, ਤੇ ਹੋਰ ਹੀ ਕੰਮਾਂ ਦੇ ਵਿੱਚ ਪੈ ਕੇ ਅਗਿਆਨ ਦੇ ਵਸ ਹੋ ਕੇ ਇਹ ਜਿਹੜਾ ਜਨਮ ਹੈ ਨਾ, ਇਹ ਜਿਹੜਾ ਸਰੀਰ ਹੈ ਉਹ ਬਿਰਥਾ ਹੀ ਜਾ ਰਿਹਾ, ਖਾਲੀ ਹੀ ਲੰਘ ਰਿਹਾ ਹੈ। ਰਾਜੇ ਇੰਦਰ ਸੰਸਰ ਗ੍ਰਹਿ ਆਸਨ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਚਾਹੇ ਕੋਈ ਇੰਦਰਾਪੁਰੀ ਦਾ ਰਾਜਾ, ਜਿਹੜਾ ਦੇਵਤਿਆਂ ਦਾ ਸਭ ਤੋਂ ਵੱਡਾ ਰਾਜਾ ਇੰਦਰ ਮੰਨਿਆ, ਸਵਰਗ ਲੋਕ ਦਾ ਮਾਲਕ, ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਰਾਜੇ ਇੰਦਰ ਸੰਸਰ ਉਹਦੇ ਬਰਾਬਰ ਗ੍ਰਹਿ ਆਸਣ, ਘਰ ਵੀ ਇਸ ਧਰਤੀ ਦੇ ਉੱਤੇ ਰਾਜੇ ਇੰਦਰ ਵਰਗਾ ਕੋਈ ਬਣਾ ਲਵੇ, ਆਸਣ ਜਿਹੜੇ ਹੈ ਉਹ ਵੀ ਰਾਜੇ ਇੰਦਰ ਦੇ ਵਾਂਗ ਕੋਈ ਧਰਤੀ ਤੇ ਲਾ ਲਵੇ। ਬਿਨ ਹਰ ਭਗਤ ਕਹੋ ਕਿਹ ਲੇਖੈ। ਭਗਤ ਜੀ ਕਹਿੰਦੇ ਬਿਨਾਂ ਹਰੀ ਪ੍ਰਮਾਤਮਾ ਦੀ ਭਗਤੀ ਤੋਂ ਦੱਸੋ ਕਿਹੜਾ ਲੇਖੇ ਦੇ ਵਿੱਚ ਪਿਆ। ਕੋਈ ਵੀ ਲੇਖੇ ਦੇ ਵਿੱਚ ਨਹੀਂ ਹੈ। ਕਿੱਡੇ ਕਿੱਡੇ ਰਾਜੇ ਮਹਾਰਾਜੇ ਤੁਰ ਗਏ ਪਿੱਛੇ, ਪਰ ਇੱਕ ਦਾ ਵੀ ਜ਼ਿਕਰ ਨਹੀਂ ਆਉਂਦਾ ਵੀ ਉਹ ਲੇਖੇ 'ਚ ਪੈ ਗਏ। ਜਿਨ੍ਹਾਂ ਨੇ ਕੇਵਲ ਇਹ ਸੰਸਾਰ ਦੇ ਸੁੱਖਾਂ ਤੱਕ ਹੀ ਸੀਮਤ ਰਹੇ, ਰਾਜ ਭਾਗ ਤੱਕ ਰਹੇ, ਤੇ ਵੱਡੇ ਤੋਂ ਵੱਡੇ ਸੁੱਖ ਉਹਨਾਂ ਨੇ ਭੋਗ ਲਏ, ਪਰ ਅਖੀਰਲੇ ਸਮੇਂ ਹਰੀ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਦੱਸੋ ਕਿਹੜਾ ਲੇਖੇ ਦੇ ਵਿੱਚ ਪਿਆ ਹੈ। ਨਾ ਵਿਚਾਰਿਓ ਰਾਜਾ ਰਾਮ ਕੋ ਰਸ। ਜਿਹੜਾ ਸਭ ਦਾ ਹੀ ਰਾਜਾ ਰੂਪ ਪਰਮੇਸ਼ਰ ਵਾਹਿਗੁਰੂ ਰਾਮ ਹੈ, ਰਮਿਆ ਹੋਇਆ ਅਸਲ ਦੇ ਵਿੱਚ ਤੇ ਉਹ ਰਾਜਾ ਹੈ। ਉਹਦੇ ਨਾਮ ਦਾ ਜਿਹੜਾ ਰਸ ਸੀ ਉਹਦੀ ਵਿਚਾਰ ਹੀ ਨਹੀਂ ਕੀਤੀ, ਹੋਰ ਹੀ ਰਸਾਂ ਦੇ ਵਿੱਚ ਲੱਗਿਆ ਰਿਹਾ। ਜਿਹੜਾ ਨਾਮ ਦਾ ਰਸ ਸੀ ਉਹ ਪ੍ਰਾਪਤ ਨਹੀਂ ਕੀਤਾ, ਉਹਨੂੰ ਛੱਡ ਕੇ ਤੇ ਜਿਹੜੇ ਦੁਨਿਆਵੀ ਰਸ ਸਨ, ਰਸ ਘੋੜੇ, ਰਸ ਮਾਸ, ਰਸ ਸੇਜਾ, 9 ਰਸ ਮੰਨੇ ਹਨ, ਉਹਨਾਂ 9 ਰਸਾਂ ਨੂੰ, ਸੰਸਾਰੀ ਰਸਾਂ ਨੂੰ ਹੀ
ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਜੀਵ ਭੋਗਦਾ ਰਿਹਾ ਹੈ। ਜਿਹ ਰਸ ਅਨ ਰਸ ਵਿਸਰ ਜਾਹੀ। ਜਿਸ ਰਸ ਨੂੰ ਲੈ ਕੇ ਇਹ ਦੁਨਿਆਵੀ ਰਸ ਵਿਸਰਨੇ ਸੀ, ਉਹ ਰਸ ਇਹਨੇ ਲਿਆ ਹੀ ਨਹੀਂ। ਵਿਖੈ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾ ਰਸ ਪੀਓ। ਜਿਹੜਾ ਪਰਮੇਸ਼ਰ ਦੇ ਨਾਮ ਦਾ ਰਸ ਸੀ ਕਿ ਇਹ ਰਸ ਛੋਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਕਿ ਜਿਹੜਾ ਪ੍ਰਮਾਤਮਾ ਦੇ ਨਾਮ ਦਾ ਰਸ ਸੀ, ਉਹਦੀ ਜੀਵ ਨੇ ਪ੍ਰਾਪਤੀ ਨਹੀਂ ਕੀਤੀ। RAM ਰਸ ਪੀਆ ਰੇ, ਜਿਹ ਰਸ ਬਿਸਰ ਗਏ ਰਸ ਔਰ। ਜਿਸ ਰਸ ਨੂੰ ਪੀ ਕੇ ਹੋਰ ਦੁਨਿਆਵੀ ਜਿਹੜੇ ਰਸ ਹਨ ਉਹ ਫਿੱਕੇ ਪੈ ਜਾਂਦੇ ਆ, ਉਹਨਾਂ ਦਾ ਕੋਈ ਸਵਾਦ ਨਹੀਂ ਰਹਿੰਦਾ, ਕੋਈ ਉਹਨਾਂ ਦੇ ਵਿੱਚ ਜੀਵ ਦਾ ਮੋਹ ਪ੍ਰੇਮ ਲਗਨ ਨਹੀਂ ਰਹਿੰਦੀ, ਉਹ ਸਾਰੀ ਮਿਟ ਜਾਂਦੀ। ਉਹ ਪਰਮੇਸ਼ਰ ਦੇ ਨਾਮ ਦਾ ਰਸ ਹੈ। ਜਿਹਨੂੰ ਨਾਮ ਦਾ ਰਸ ਪ੍ਰਾਪਤ ਹੋ ਗਿਆ, ਭਗਤ ਜੀ ਕਹਿੰਦੇ ਅਨ ਰਸ ਬਿਸਰ ਜਾਹੀ। ਹੋਰ ਜਿੰਨੇ ਰਸ ਆ ਸਾਰੇ ਭੁੱਲ ਜਾਂਦੇ ਹਨ। ਰਹਾਉ ਜਾਨ ਅਜਾਨ ਭਏ ਹਮ ਬਾਵਰ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਜੀਵ ਜਾਣਦਾ ਹੋਇਆ ਸਭ ਕੁਝ ਫਿਰ ਵੀ ਅਜਾਣ ਹੋ ਗਿਆ। ਤੇ ਬਾਵਰ ਕਹੀਏ, ਜਿਵੇਂ ਕੋਈ ਬਾਵਰਾ ਪਾਗਲ ਆਦਮੀ ਹੋਵੇ, ਕੋਈ ਕਮਲਾ ਹੋਵੇ, ਉਹਦੇ ਵਾਂਗੂ ਜੀਵ ਦੀ ਹਾਲਤ ਬਣ ਗਈ। ਸਭ ਕੁਝ ਜਾਣਦਿਆਂ ਹੋਇਆਂ ਅਣਜਾਣ ਬਣ ਗਿਆ। ਜਿਵੇਂ ਕੋਈ ਹੱਥ ਦੇ ਵਿੱਚ ਦੀਵਾ ਲੈ ਕੇ ਤੇ ਫਿਰ ਜਾ ਕੇ ਖੂਹ 'ਚ ਡਿੱਗ ਪਏ, ਉਹ ਹਾਲਤ ਜਿਹੜੀ ਜੀਵ ਦੀ ਬਣ ਗਈ ਕਿ ਸਭ ਕੁਝ ਜਾਣਦਿਆਂ ਹੋਇਆਂ ਫਿਰ ਅਣਜਾਣ ਬਣ ਕੇ, ਫਿਰ ਇਹਨਾਂ ਵਿਸ਼ਿਆਂ ਦੇ ਵਿੱਚ ਲੱਗ ਕੇ ਲੋਭੀ ਲਾਲਚੀ ਬਣ ਕੇ ਠੱਗੀਆਂ ਚੋਰੀਆਂ ਕਰਕੇ ਫਿਰ ਆਪਣੇ ਜੀਵਨ ਨੂੰ ਖਰਾਬ ਕਰ ਲੈਂਦਾ ਹੈ। ਸੋਚ ਅਸੋਚ ਦਿਵਸ ਜਾਹੀ। ਸੋਚ ਅਸੋਚ ਦਿਵਸ ਜਾਹੀ। ਸੋਚਨੇ ਜਿਹੜਾ ਪਰਮੇਸ਼ਰ ਵਾਹਿਗੁਰੂ ਦੀ ਸੋਚ ਕਰਨੀ ਸੀ, ਉਧਰਲੇ ਪਾਸਿਓਂ ਅਸੋਚ ਹੋ ਗਿਆ, ਉਹਦਾ ਕਦੇ ਚਿੰਤਨ ਨਹੀਂ ਕੀਤਾ। ਤੇ ਦਿਵਸ ਜਾਹੀ, ਇੱਦਾਂ ਹੀ ਜਿਹੜੇ ਦਿਨ ਤੇ ਸਵਾਸ ਜਿਹੜੇ ਉਹ ਲੰਘਦੇ ਜਾ ਰਹੇ, ਬਤੀਤ ਹੁੰਦੇ ਜਾ ਰਹੇ ਹੈ। ਸੋਚ ਅਸੋਚ ਦਿਵਸ ਜਾਹੀ, ਕਿ ਸੋਚਣੇ ਯੋਗ ਜੋ ਪਰਮੇਸ਼ਰ ਵਾਹਿਗੁਰੂ ਸੀ, ਜਿਹਦੀ ਫਿਕਰ ਕਰਨਾ ਸੀ ਵੀ ਉਹਦੀ ਭਗਤੀ ਕਰ ਲਈਏ, ਉਹਦਾ ਨਾਮ ਜਪ ਲਈਏ, ਉਹਦੀਆਂ ਵਿਚਾਰਾਂ ਸੁਣ ਲਈਏ, ਪੜ੍ਹ ਲਈਏ, ਬਾਣੀ ਪੜ੍ਹ ਲਈਏ, ਇਹ ਵਿਚਾਰ ਕਰਨੀ ਸੀ, ਇਹ ਕੀਤੀ ਨਹੀਂ। ਇੱਧਰੋਂ ਅਸੋਚ ਹੋ ਗਿਆ, ਇੱਧਰੋਂ ਕੋਈ ਸੋਚ ਨਹੀਂ ਕੀਤੀ। ਤੇ ਜਿੰਨੇ ਦਿਨ ਸਨ ਜ਼ਿੰਦਗੀ ਦੇ ਸਵਾਸ ਸਨ ਉਹ ਲੰਘਦੇ ਜਾ ਰਹੇ ਹਨ। ਇੰਦਰੀ ਸਬਲ ਨਿਬਲ ਵਿਵੇਕ ਬੁੱਧ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਇੰਦਰੀਆਂ ਜਿਹੜੀਆਂ ਉਹ ਸਹਿਤ ਬਲ ਦੇ ਹੋ ਗਈਆਂ। ਅੱਖਾਂ ਜਿਹੜੀਆਂ ਉਹ ਰੂਪ ਵੱਲੋਂ ਨਹੀਂ ਹਟਦੀਆਂ, ਕੰਨ ਜਿਹੜੇ ਨਿੰਦਿਆ ਵੱਲੋਂ ਨਹੀਂ ਹਟਦੇ, ਜ਼ੁਬਾਨ ਜਿਹੜੀ ਆ ਉਹ ਚੁਗਲੀ ਵੱਲੋਂ ਨਹੀਂ ਹਟਦੀ। ਇਸੇ ਤਰ੍ਹਾਂ ਹੀ ਜਿੰਨੀਆਂ ਸਰੀਰ ਦੀਆਂ 10 ਇੰਦਰੀਆਂ ਹਨ, ਆਪੋ ਆਪਣੇ ਵਿਸ਼ਿਆਂ ਦੇ ਬਲ ਦੇ ਸਹਿਤ ਹੋ ਗਈਆਂ, ਭਾਵ ਕਿ ਤਾਕਤਵਰ ਹੋ ਗਈਆਂ। ਜਿਹੜੀ ਚੀਜ਼ ਨੂੰ, ਜਿਹੜੇ ਰਸ ਨੂੰ ਜੀਵ ਪੈ ਗਿਆ ਉਹ ਛੁੱਟਦਾ ਹੀ ਨਹੀਂ। ਇੰਦਰੀ ਸਬਲ ਨਿਬਲ ਵਿਵੇਕ ਬੁੱਧ। ਜਿਹੜੀ ਬੁੱਧ ਅਕਲ ਮਤ ਸੀ ਉਹ ਨਿਬਲ ਕਮਜ਼ੋਰੀ ਹੋ ਗਈ। ਜਿਸ ਅਕਲ ਨੇ, ਜਿਸ ਬੁੱਧ ਨੇ, ਜਿਸ ਮਤ ਨੇ ਇਹਨੂੰ ਦੱਸਣਾ ਸੀ ਵੀ ਇੱਧਰ ਤੇਰੇ ਜੀਵਨ ਦੀ ਬਰਬਾਦੀ ਹੈ, ਇੱਧਰ ਤੇਰੇ ਜੀਵਨ ਦੇ ਵਿੱਚ ਦੁੱਖ ਆਉਣਗੇ, ਉਹ ਅਕਲ, ਉਹ ਮਤ ਇੰਨੀ ਕਮਜ਼ੋਰ ਹੋ ਗਈ ਵੀ ਇੰਦਰੀਆਂ ਜਿਹੜੀਆਂ ਹਨ ਉਹ ਵਿਸ਼ਿਆਂ ਦੇ ਉੱਤੇ ਹਾਵੀ ਹੋ ਗਈਆਂ। ਮਨ ਸੀ ਜਿਹੜਾ ਉਹ ਇੰਦਰੀਆਂ ਰਾਹੀਂ ਵਿਸ਼ਿਆਂ ਦੇ ਨਾਲ ਪੂਰਾ ਜੁੜ ਗਿਆ, ਇੱਕਮਿਕ ਹੋ ਗਿਆ। ਪਰਮਾਰਥ ਪਰਵੇਸ਼ ਨਹੀਂ। ਤਾਂ ਭਗਤ ਜੀ ਕਹਿੰਦੇ ਇਸ ਹਾਲਤ ਦੇ ਵਿੱਚ ਪਰਮਾਰਥ ਪ੍ਰਵੇਸ਼ ਨਹੀਂ। ਜੋ ਪਰਮ ਅਰਥ ਵੱਡਾ ਸਿਧਾਂਤ ਰੂਪ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਵਿੱਚ ਜਿਹੜੀ ਬਿਰਤੀ ਹੈ ਨਾ ਚਿੱਤ ਦੀ, ਉਹ ਪ੍ਰਵੇਸ਼ ਨਹੀਂ ਕਰਦੀ। ਜਿਹੜਾ ਬਾਣੀ ਨਹੀਂ ਪੜ੍ਹਦਾ, ਸੇਵਾ ਨਹੀਂ ਕਰਦਾ, ਨਾਮ ਨਹੀਂ ਜਪਦਾ, ਉਹਨੂੰ ਆਖੀਏ ਵੀ ਤੂੰ ਧਿਆਨ ਲਾ ਪਰਮੇਸ਼ਰ ਦਾ, ਉਹ ਬਿਰਤੀ ਜਾਣੀ ਨਹੀਂ, ਉੱਧਰਲੇ ਪਾਸੇ ਜੁੜਨੀ ਨਹੀਂ। ਦੂਜੇ ਪਾਸੇ ਉਹ ਚਾਹੇ 3 ਘੰਟੇ ਬੈਠਾ ਰਹੇ ਕੋਈ ਚੀਜ਼ ਵੇਖਣ ਵਾਸਤੇ, ਉਹਦੇ ਵਿੱਚ ਉਹਦੀ ਚਿੱਤ ਦੀ ਬਿਰਤੀ ਜੁੜਦੀ ਹੈ, ਉਹਨੂੰ ਰਸ ਆਉਂਦਾ, ਉੱਧਰੋਂ ਨਹੀਂ ਹਿਲਦਾ। ਇੱਧਰਲੇ ਪਾਸੇ 5 ਮਿੰਟ ਲਾਉਣੇ ਔਖੇ ਹੈ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਪਰਮਾਰਥ ਪ੍ਰਵੇਸ਼ ਨਹੀਂ। ਇੰਦਰੀਆਂ ਦੇ ਵਿਸ਼ੇ ਪ੍ਰਬਲ ਹਨ ਜਿੰਨਾ ਚਿਰ, ਬੁੱਧ ਜਿਹੜੀ ਉਹ ਕਮਜ਼ੋਰੀ ਹੋ ਗਈ ਹੈ, ਸੋਚਣ ਸ਼ਕਤੀ ਜਿਹੜੀ ਘਟ ਗਈ ਹੈ,
ਜਿਹਦੇ ਕਰਕੇ ਜਿਹੜਾ ਪਰਮਾਰਥ ਸਿੱਧ ਕਰਨਾ ਸੀ ਉਧਰਲੇ ਪਾਸੇ ਪ੍ਰਵੇਸ਼ ਕਹੀਏ ਬੁੱਧੀ ਦੀ ਚਿੱਤ ਦੀ ਬਿਰਤੀ ਜਿਹੜੀ ਜਾਂਦੀ ਨਹੀਂ ਹੈ। ਕਹੀਤ ਆਨ ਅਚਰੀਤ ਅਨ ਅਨ ਕਛ ਅਨ ਕਛ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਆਪਣੀ ਜ਼ੁਬਾਨ ਤੋਂ ਕਹੀਅਤ ਆਨ, ਕਹਿੰਦਾ ਕੁਝ ਹੋਰ ਹੈ, ਅਚਰੀਅਤ ਅਨ ਕਛ, ਪਰ ਜਿਹੜਾ ਕਰਤੱਵ ਕਰਦਾ ਉਹ ਕੁਝ ਹੋਰ ਹੈ। ਕਹਿਣੀ ਦੇ ਵਿੱਚ ਕੁਝ ਹੋਰ ਹੈ, ਕਰਨੀ ਦੇ ਵਿੱਚ ਕੁਝ ਹੋਰ ਹੈ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਕੇਵਲ ਜ਼ਬਾਨ ਤੋਂ ਹੀ ਗੰਢ ਤੋਪਾ ਕਰਕੇ ਸਾਰ ਲੈਂਦਾ, ਪਰ ਅੰਦਰ ਕੋਈ ਪ੍ਰੀਤੀ ਨਹੀਂ, ਅੰਦਰ ਕੋਈ ਪ੍ਰੇਮ ਨਹੀਂ ਹੈ, ਕੋਈ ਭਗਤੀ ਨਹੀਂ ਹੈ, ਕੋਈ ਨਾਮ ਦੀ ਜਾਚਨਾ, ਨਾਮ ਦੀ ਅਰਾਧਨਾ ਨਹੀਂ ਹੈ। ਇਸ ਕਰਕੇ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਕਹੀਅਤ ਆਨ ਅਚਰੀਅਤ ਅਨ ਕਛ, ਕਹਿੰਦਾ ਕੁਝ ਹੋਰ ਹੈ ਜ਼ਬਾਨ ਤੋਂ ਤੇ ਕਰਦਾ ਕੁਝ ਹੋਰ ਹੈ। ਸਮਝ ਨਾ ਪਰੈ ਅਪਰ ਮਾਇਆ। ਭਗਤ ਜੀ ਕਹਿੰਦੇ ਸਮਝ ਨਾ ਪਰੈ, ਕੋਈ ਇਹਨੂੰ ਸਮਝ ਨਹੀਂ ਪੈਂਦੀ ਅਪਰ ਮਾਇਆ, ਕਿਉਂਕਿ ਉਹ ਜਿਹੜੀ ਮਾਇਆ ਹੈ ਨਾ ਉਹ ਪਾਰਾਵਾਰ ਤੋਂ ਰਹਿਤ ਹੀ ਹੈ। ਐਸੀ ਪ੍ਰਬਲ ਮਾਇਆ ਹੈ ਕਿ ਉਹ ਇਹਦੀ ਬਿਰਤੀ ਜਿਹੜੀ ਹੈ ਉਹ ਆਸਤਕ ਹੋਣ ਹੀ ਨਹੀਂ ਦਿੰਦੀ, ਨਾਸਤਕ ਹੀ ਬਣਿਆ ਰਹਿੰਦਾ ਹਰ ਸਮੇਂ। ਜੇ ਨਾਮ ਜਪਣ ਦੀ ਗੱਲ ਆਵੇ, ਬਾਣੀ ਪੜ੍ਹਨ ਦੀ ਗੱਲ ਆਵੇ, ਉਹਨੂੰ ਵੀ ਟੀਚਰ ਨਾਲ ਵੀ ਇਹ ਤੋਤਾ ਰਟੀ ਹੈ, ਵਾਰੀ ਵਾਰੀ ਕਹੀ ਜਾਓ ਵਾਹਿਗੁਰੂ ਵਾਹਿਗੁਰੂ, ਇੱਕ ਵਾਰੀ ਬਾਣੀ ਪੜ੍ਹ ਲਓ ਠੀਕ ਹੈ। ਵੀ ਇੱਦਾਂ ਦੀਆਂ ਗੱਲਾਂ ਕਰਕੇ ਇੱਧਰਲੇ ਪਾਸੇ ਵੀ ਜਿਹੜੀ ਉਹ ਮਾਇਆ ਐਸੀ ਪ੍ਰਬਲ ਹੈ ਵੀ ਇਹਨੂੰ ਆਸਤਕ ਬਣ ਹੀ ਨਹੀਂ ਦਿੰਦੀ। ਇਸੇ ਕਰਕੇ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਸਮਝ ਨਾ ਪਰੈ, ਕੋਈ ਸਮਝ ਨਹੀਂ ਪੈਂਦੀ ਜੀਵ ਨੂੰ, ਆਪਣੇ ਗਿਆਨ ਦੇ ਵਿੱਚ ਆਪਣੀ ਅਕਲ ਦੇ ਵਿੱਚ ਹੀ ਫਸਿਆ ਰਹਿੰਦਾ। ਭਗਤੀ ਜਿਹੜੀ ਉਹ ਆਪਣੀ ਮੱਤ ਛੱਡ ਕੇ ਹੁੰਦੀ ਹੈ, ਗੁਰੂ ਦੀ ਮੱਤ ਲੈ ਕੇ ਹੁੰਦੀ ਹੈ। ਇਸ ਕਰਕੇ ਭਗਤ ਜੀ ਕਹਿੰਦੇ ਹਨ ਅਪਰ ਮਾਇਆ, ਜਿਹੜੀ ਮਾਇਆ ਹੈ ਨਾ ਉਹ ਪਾਰਾਵਾਰ ਤੋਂ ਰਹਿਤ ਆ ਪਰਮੇਸ਼ਰ ਦੀ, ਉਹ ਬੜੀ ਪ੍ਰਬਲ ਹੈ, ਬੜੇ ਰੂਪ ਬਣਾ ਕੇ ਇਹਨੂੰ ਭਰਮਾ ਲੈਂਦੀ ਹੈ। ਕਹਿ ਰਵਿਦਾਸ ਉਦਾਸ ਦਾਸ ਮਤ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਹੇ ਪਰਮੇਸ਼ਰ ਵਾਹਿਗੁਰੂ, ਉਦਾਸ ਦਾਸ ਮਤ, ਸਾਡੀ ਜਿਹੜੀ ਮਤ ਹੈ ਨਾ ਉਹ ਇਸੇ ਤਰ੍ਹਾਂ ਹੀ ਸੰਸਾਰ ਤੋਂ ਉਪਰਾਮ ਬਣੀ ਰਵੇ, ਇਹ ਤੇਰੇ ਪਾਸ ਅਸੀਂ ਬੇਨਤੀ ਕਰਦੇ ਹਾਂ। ਕਹਿ ਰਵਿਦਾਸ ਉਦਾਸ ਦਾਸ ਮਤ, ਕਿ ਸਾਡੀ ਦਾਸਾਂ ਦੀ ਜਿਹੜੀ ਮੱਤ ਹੈ ਨਾ ਸੰਸਾਰ ਵਾਲੇ ਪਾਸੋਂ ਇਸੇ ਤਰ੍ਹਾਂ ਹੀ ਉਦਾਸ ਬਣੀ ਰਵੇ। ਪਰ ਹਰ ਕੋਪ ਕਰਹੁ ਜੀ ਦਇਆ। ਹੇ ਪਰਮੇਸ਼ਰ ਵਾਹਿਗੁਰੂ, ਜੇ ਤੇਰੇ ਅੰਦਰ ਕੋਈ ਸਾਡੇ ਪ੍ਰਤੀ ਗੁੱਸਾ ਗਿਲਾ ਕੋਈ ਕ੍ਰੋਧ ਆ ਗਿਆ ਹੋਵੇ ਤੇ ਉਹਨੂੰ ਨਾਸ ਕਰ ਦੇ, ਕਿਉਂਕਿ ਭਗਤ ਜੀ ਨੇ ਕਿਹਾ ਸੀ ਨਾ ਵੀ ਅਸੀਂ ਤੈਨੂੰ ਬੰਨ੍ਹ ਲਿਆ ਹੈ, ਪ੍ਰੇਮ ਦੇ ਵਿੱਚ ਬੰਨ੍ਹ ਲਿਆ ਹੈ। ਤਾਂ ਭਗਤ ਜੀ ਕਹਿੰਦੇ ਆ ਕਿ ਪਰਮੇਸ਼ਰ ਵਾਹਿਗੁਰੂ ਬੇਨਤੀ ਵੀ ਕਰਦੇ ਆ ਕਿ ਵੇਖੀ ਕਿਤੇ ਸਾਡੀ ਭਗਤੀ ਨੂੰ ਵੇਖ ਕੇ ਵੀ ਭਗਤ ਬੜਾ ਮਾਣ ਕਰਦਾ ਤੇ ਫਿਰ ਇਹਨੂੰ ਸਿੱਟੀਏ ਮਾਇਆ ਦੇ ਵਿੱਚ। ਇਸ ਕਰਕੇ ਪਰਮੇਸ਼ਰ ਵਾਹਿਗੁਰੂ ਤੇਰੇ ਅੱਗੇ ਬੇਨਤੀ ਹੈ, ਪਰ ਹਰ ਕੋਪ ਕਰਹੁ ਜੀ ਦਇਆ। ਜਿਹੜਾ ਇਹ ਕੋਈ ਕੋਪ ਹੈ ਸਾਡੇ ਅੰਦਰ, ਕਾਮ ਕ੍ਰੋਧ ਇਹ ਫੁਰਦੇ ਰਹਿੰਦੇ, ਇਹਨਾਂ ਦਾ ਨਾਸ ਕਰਕੇ ਕਰਹੁ ਜੀ ਦਇਆ, ਸਾਡੇ ਉੱਤੇ ਦਇਆ ਜਿਹੜੀ ਹੈ ਜੀਵਾਂ ਦੇ ਉੱਤੇ ਕਰਕੇ ਤੇ ਆਪਣੀ ਭਗਤੀ ਜਿਹੜੀ ਹੈ ਇਹਦੇ ਵਿੱਚ ਸਾਨੂੰ ਜੋੜ ਲਓ। ਤੇਰੀ ਜਿਹੜੀ ਮਾਇਆ ਹੈ ਇਹਦੇ ਤੋਂ ਬਚਾ ਲੈ ਸਾਨੂੰ, ਇੱਧਰੋਂ ਬਚਾ ਕੇ ਪਰਮੇਸ਼ਰ ਵਾਹਿਗੁਰੂ ਤੂੰ ਦਇਆ ਕਰਕੇ ਮਿਹਰ ਕਰਕੇ ਆਪਣੇ ਨਾਮ ਦੇ ਵਿੱਚ ਭਗਤੀ ਦੇ ਵਿੱਚ ਸਾਨੂੰ ਜੋੜ ਲੈ। ਇਸ ਪ੍ਰਕਾਰ ਭਗਤ ਰਵਿਦਾਸ ਸਾਹਿਬ ਜੀ ਨੇ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਦੇ ਅੰਦਰ ਪਰਮਾਤਮਾ ਦਾ ਜਸ, ਉਹਦੀ ਵਡਿਆਈ ਨੂੰ ਬਿਆਨ ਕੀਤਾ ਹੈ। ਨਾਮ ਤੋਂ ਬਿਨਾਂ, ਭਗਤੀ ਤੋਂ ਬਿਨਾਂ ਜੀਵਨ ਦੀ ਸਫਲਤਾ ਨਹੀਂ ਹੋ ਸਕਦੀ। ਇਸ ਸਿਧਾਂਤ ਨੂੰ ਭਗਤ ਰਵਿਦਾਸ ਸਾਹਿਬ ਜੀ ਨੇ ਬਿਆਨ ਕੀਤਾ ਹੈ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਕਹੀਅਤ ਆਨ ਅਚਰੀਅਤ ਅਨ ਕਛ, ਸਮਝ ਨਾ ਪਰੈ ਅਪਰ ਮਾਇਆ। ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰਹੁ ਜੀ ਦਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे गोबिंद हे गोपाल हे दयाल लाल,
ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨਹਾਰ। ਤੂੰ ਠਾਕੁਰ